सत श्री अकाल ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਅਹਿਮ ਜਾਣਕਾਰੀ ਉਹਨਾਂ ਦੇ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਕਿ ਕੈਨੇਡਾ ਦੇ ਵਿੱਚ ਪੀਆਰ ਨੇ ਜਾਂ ਸਿਟੀਜ਼ਨ ਨੇ, ਪਰ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਪੀਆਰ ਨਹੀਂ ਮਿਲੀ ਹੈਗੀ ਤੇ ਉਹ ਜਿਹੜੀ ਪ੍ਰਕਿਰਿਆ ਹੈ ਉਸ ਦੇ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਉਹਨਾਂ ਦੇ ਵੱਲੋਂ ਬਹੁਤ ਸਾਰੇ ਸਵਾਲ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਪੁੱਛੇ ਵੀ ਜਾ ਰਹੇ ਨੇ ਕਿ ਮਾਪਿਆਂ ਦੀ ਪੀਆਰ ਦੇ ਵਾਸਤੇ ਕੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅੱਗੇ कदम चुके जा सकते हैं तो की जानकारी है इसकी सारी अपडेट थानू असी हुण सुनाने आ। पेरेंट्स ने जिहड़े इत्थे बहुत सारे बैठे ने कैनेडा दे विच भी बैठे ने ते फिर ओह विजिटर वीज़ा ते बैठे रहिंदे ने, सुपर वीज़ा हुंदा उन्हां कोल ते उन्हां नूं पर फैसिलिटीज़ नहीं मिलदियां हैगियां क्योंकि उन्हां दे बच्चे पीआर ने और उन्हां दा की हैगा की प्रोसीजर है ते फिर किवें उन्हां दे वास्ते हो सकदा। सो जिहड़ा पेरेंट्स एंड ग्रैंड पेरेंट्स पीजीपी स्पॉन्सरशिप प्रोग्राम है ये कैनेडा दी कदे भी इमीग्रेशन दी प्रायोरिटी लिस्ट ते नहीं रहा कि आपां कहीए कि उन्हां नूं प्रायोरिटी दे अंडर पीआर दित्ती जाऊगी। ये एक हर जदों भी कोई नवीं पार्टी आउंदी है उन्हां दा सिर्फ ते सिर्फ अपने वोटर्स नूं खुश करन दे लई हुंदा है। ये जिवें कंजरवेटिव लिबरल सीगीआं ਪਹਿਲਾਂ ਹੋਰ ਪ੍ਰੋਗਰਾਮ ਚੱਲਦਾ ਸੀ, ਫਿਰ ਕੰਜ਼ਰਵੇਟਿਵਸ ਆ ਜਾਂਦੇ ਨੇ ਤਾਂ ਹੋਰ ਪ੍ਰੋਗਰਾਮ ਹੋ ਜਾਂਦਾ, ਤਾਂ ਇਹਦਾ ਕੋਟਾ ਵੀ ਜਿਹੜਾ ਹੈਗਾ ਅਲੱਗ-ਅਲੱਗ ਪਾਰਟੀਆਂ ਅਲੱਗ-ਅਲੱਗ ਟਾਈਮ ਤੇ ਘਟਾਉਂਦੀਆਂ ਵਧਾਉਂਦੀਆਂ ਰਹਿੰਦੀਆਂ ਨੇ। ਸੋ ਜਦੋਂ ਦੀ ਲਿਬਰਲ ਸਰਕਾਰ ਆਈ ਆ ਤਾਂ ਇਹ ਫੈਮਿਲੀ ਰੀਯੂਨੀਫਿਕੇਸ਼ਨ ਨੂੰ ਕਾਫੀ ਤਰਜੀਹ ਦਿੰਦੇ ਆ, ਤਾਂ ਉਹਦੇ ਅੰਡਰ ਇਹਨਾਂ ਨੇ ਜਿਹੜਾ ਕੰਜ਼ਰਵੇਟਿਵਸ ਨੇ ਕੋਟਾ ਘਟਾਤਾ ਸੀ ਤਾਂ ਉਹ ਐਵਰੀ ਈਅਰ ਇਹਨਾਂ ਨੇ ਹੁਣ 20,000 ਇਸ ਸਾਲ 20,500 ਤੇ ਅਗਲੇ ਸਾਲ 21,000 2021 ਦੇ ਵਿੱਚ ਰੱਖਿਆ ਉਹ ਜਿਹੜਾ ਉਸ ਦੇ ਅੰਡਰ ਉਹਨਾਂ ਨੇ ਪੀਆਰ ਦੇਣੀ ਹੈ। ਹੁਣ ਜਿਹੜਾ ਇਹਦਾ ਪ੍ਰੋਸੀਜਰ ਹੈਗਾ ਕਿ ਕਿੱਦਾਂ ਪੀਆਰ ਕਰਨਾ ਹੈ ਇਹ ਵੀ ਬਦਲਦਾ ਰਹਿੰਦਾ ਹੈ। ਸੋ ਜਿਹੜਾ ਲਾਸਟ ਉਸ ਤੋਂ ਪਹਿਲਾਂ 2018 ਦੇ ਵਿੱਚ ਸੀ ਤਾਂ ਲੋਟਰੀ ਸਿਸਟਮ ਸੀਗਾ, ਤੁਹਾਡੇ ਕੋਲ ਜਨਵਰੀ ਦੇ ਵਿੱਚ ਉਹ 1 ਮਹੀਨੇ ਦੇ ਲਈ ਤੁਹਾਨੂੰ ਪੂਲ ਓਪਨ ਕਰਦੇ ਸੀ, ਤੁਸੀਂ ਆਪਣੀ ਫਾਈਲ ਉਹਦੇ ਵਿੱਚ ਪਾਉਣੀ ਹੈ ਜਸਟ ਅ ਬੇਸਿਕ ਕੁਐਸਚਨ ਕਰਕੇ ਤੇ ਫਾਰਮ ਸਬਮਿਟ ਕਰ ਦੇਣਾ ਹੈ ਐਂਡ ਉਸ ਤੋਂ ਬਾਅਦ ਉਹ 2-3 ਮਹੀਨੇ ਬਾਅਦ ਉਹਦਾ ਡਰਾਅ ਕੱਢਦੇ ਸੀ, ਲੋਟਰੀ ਕੱਢਦੇ ਸੀ, ਤਾਂ ਉਹਦੇ ਵਿੱਚ ਜੋ 20,000 ਸਿਲੈਕਟ ਹੋ ਗਿਆ ਉਹ ਪੀਆਰ ਦੀ ਫਾਈਲ ਲਗਾ ਸਕਦੇ ਸੀ। ਤਾਂ ਉਸ ਦੇ ਵਿੱਚ ਬਹੁਤੇ ਪੀਆਰ ਸਿਟੀਜ਼ਨਸ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਵੀ ਸਾਨੂੰ ਇੱਕ ਜੈਨੂਅਨ ਮੌਕਾ ਨਹੀਂ ਮਿਲਦਾ ਇਹਦੇ ਵਿੱਚ, ਇਹ ਤਾਂ ਇੱਕ ਲੋਟਰੀ ਦੀ ਤਰ੍ਹਾਂ ਹੋ ਗਿਆ, ਸਾਡੀ ਕਿਸਮਤ ਦੇ ਨਾਲ ਖੇਡਣਾ ਹੋ ਗਿਆ। ਤਾਂ ਇਮੀਗ੍ਰੇਸ਼ਨ ਨੇ ਪਿਛਲੇ ਸਾਲ 2019 ਜਨਵਰੀ ਦੇ ਵਿੱਚ ਫਿਰ ਅਨਾਊਂਸ ਕੀਤਾ ਕਿ ਅਸੀਂ ਨਿਊ ਸਿਸਟਮ ਲੈ ਕੇ ਆ ਰਹੇ ਹਾਂ। ਹੁਣ ਨਿਊ ਸਿਸਟਮ ਇਹ ਸੀ ਕਿ ਵੀ ਅਸੀਂ ਇੱਕ ਔਨਲਾਈਨ ਫਾਰਮ ਓਪਨ ਕਰਾਂਗੇ 28 ਜਨਵਰੀ ਨੂੰ, ਜਿਹੜਾ ਕਿ ਓਪਨ ਹੋਊਗਾ ਤਾਂ ਤੁਸੀਂ ਆਪਣੇ ਉਹ ਫਾਰਮ ਭਰਨਾ ਹੈ ਐਂਡ ਜਿਹੜੇ ਵੀ ਪਹਿਲੇ 27,000 ਜਾਣੇ ਹੋਣਗੇ ਜਿਨ੍ਹਾਂ ਨੇ ਉਹ ਫਾਈਲ ਸਬਮਿਟ ਕਰਤੀ, ਫਾਰਮ ਸਬਮਿਟ ਕਰ ਦਿੱਤਾ, ਤਾਂ ਉਹ ਉਸ ਤੋਂ ਬਾਅਦ ਐਲੀਜੀਬਲ ਹੋ ਜਾਣਗੇ ਫਾਈਲ ਲਗਾਉਣ ਦੇ ਲਈ। ਸੋ ਹੁਣ ਉਹ ਫਾਰਮ ਕਿਸੇ ਨੇ ਵੀ ਦੇਖਿਆ ਨਹੀਂ ਸੀਗਾ, ਇਮੀਗ੍ਰੇਸ਼ਨ ਵਾਲਿਆਂ ਨੂੰ ਜਾਂ ਜੋ ਵੀ ਕੰਮ ਕਰਦੇ ਸੀ ਲਾਇਰ ਜਾਂ ਖੁਦ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਫਾਰਮ ਕਿੱਦਾਂ ਦਾ ਹੋਊ, ਕਿੰਨਾ ਟਾਈਮ ਲੱਗੂ ਇਹਨੂੰ ਜਾਂ ਕਿੰਨੀ ਜਲਦੀ ਉਹ 27,000 ਭਰ ਜਾਊਗਾ। ਪਰ ਜਦੋਂ ਜਿਸ ਦਿਨ ਇਹ ਓਪਨ ਹੋਇਆ ਤਾਂ ਮੇਰਲੀ 7 ਮਿੰਟ ਫੁੱਲ ਹੋ ਗਿਆ ਸੀ। ਸੋ ਮੈਂ ਖੁਦ ਵੀ 1 ਜਾਂ 2 ਫਾਈਲਾਂ ਹੀ ਭਰ ਪਾਇਆ ਇਹਦੇ ਵਿੱਚ। ਸੋ ਹੁਣ ਜਦੋਂ ਇਹ ਬੰਦ ਹੋ ਗਿਆ 7 ਮਿੰਟ ਦੇ ਵਿੱਚ ਤਾਂ ਬਹੁਤੇ ਲੋਕਾਂ ਕੋਲ ਤਾਂ ਇਹ ਫਾਰਮ ਓਪਨ ਹੀ ਨਹੀਂ ਹੋਇਆ। ਹੁਣ ਸਾਰੇ ਵੀ ਕੰਪਿਊਟਰ ਇੰਜੀਨੀਅਰ ਨਹੀਂ ਹੁੰਦੇ, ਟੈਕ ਨਹੀਂ ਹੁੰਦੇ, ਕਿਸੇ ਨੂੰ ਕੋਈ ਡਿਸੇਬਿਲਿਟੀ ਹੁੰਦੀ ਆ, ਕੋਈ ਓਲਡ ਹੁੰਦਾ, ਕੋਈ ਕੰਮ 'ਤੇ ਸੀ, ਕੋਈ ਕਿੱਥੇ ਸੀ, ਕਿਸੇ ਨੇ ਛੁੱਟੀ ਲਈ ਸੀ, ਤਾਂ ਬਹੁਤੇ ਲੋਕਾਂ ਦੀ ਇਹ ਨਾਰਾਜ਼ਗੀ ਹੋਈ ਕਿ ਸਾਨੂੰ ਇਹਦੇ ਵਿੱਚ ਮੌਕਾ ਨਹੀਂ ਮਿਲਿਆ, ਫੇਅਰ ਮੌਕਾ ਨਹੀਂ ਮਿਲਿਆ। ਜਿਹੜੇ 27,000 ਲੋਕ ਸੀ ਉਹ ਵੀ ਲੈ ਗਏ। ਇਹਦੇ ਵਿੱਚ ਬਹੁਤ ਕੰਪਲੇਂਟਾਂ ਵੀ ਆਉਂਦੀਆਂ ਰਹੀਆਂ ਕਿ ਰੋਬੋਟਸ ਲੱਗੇ ਸੀ, ਬੋਟਸ ਲੱਗੇ ਸੀ, ਚਾਈਨਾ 'ਚ ਸੀ, ਇੱਦਾਂ ਸੀ। ਸੋ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਰਹੀਆਂ ਨਿਊਜ਼ ਦੇ ਵਿੱਚ। ਤਾਂ ਫਿਰ ਕੈਨੇਡਾ ਗਵਰਨਮੈਂਟ ਦੀ ਕਾਫੀ ਇਹਦੇ 'ਚ ਹੋਈ, ਆਪਣੀ ਭੰਡੀ ਹੋਈ ਕਿ ਤੁਸੀਂ ਕੋਈ ਨਵਾਂ ਸਿਸਟਮ ਲੈ ਕੇ ਆਓ। ਤਾਂ ਫਿਰ ਕੈਨੇਡਾ ਇਮੀਗ੍ਰੇਸ਼ਨ ਨੇ 2020 ਇਸ ਸਾਲ ਦੀ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਉਮੀਦ ਸੀ ਫਿਰ ਪ੍ਰੋਗਰਾਮ ਆਊਗਾ, ਤਾਂ ਉਹਨਾਂ ਨੇ ਜਨਵਰੀ ਦੇ ਵਿੱਚ ਇਹ ਅਨਾਊਂਸ ਕਰ ਦਿੱਤਾ ਕਿ ਅਜੇ ਸਾਡੇ ਕੋਲ ਕੋਈ ਇਹਦਾ ਪੁਖਤਾ ਪ੍ਰੋਗਰਾਮ ਨਹੀਂ ਹੈਗਾ ਜਿਹੜਾ ਅਸੀਂ ਦੇ ਸਕੀਏ ਲੋਕਾਂ ਨੂੰ ਇੱਥੋਂ ਦਿਆਂ ਨੂੰ। ਤਾਂ ਫਿਰ ਉਹਨਾਂ ਨੇ ਟਾਈਮ ਦਿੱਤਾ ਸੀ ਅਪ੍ਰੈਲ ਦਾ। ਅਪ੍ਰੈਲ 2020 ਤੋਂ ਪਹਿਲਾਂ ਹੀ 2020 ਮਾਰਚ ਦੇ ਵਿੱਚ ਕੋਵਿਡ-19 ਆ ਗਿਆ ਅਤੇ ਸਾਰਾ ਸ਼ਿਫਟ ਜਿਹੜਾ ਸਰਕਾਰ ਦਾ ਸੀ ਉਹ ਇਸ ਪਾਸੇ ਇਮੀਗ੍ਰੇਸ਼ਨ ਦਾ ਵੀ ਬਾਕੀ ਪ੍ਰੋਗਰਾਮਾਂ 'ਤੇ ਲੱਗ ਗਿਆ। ਜਿਵੇਂ ਮੈਂ ਪਹਿਲਾਂ ਦੱਸਿਆ ਇਹ ਕਦੇ ਵੀ ਉਹਨਾਂ ਦੀ ਪ੍ਰਾਇੋਰਟੀ ਲਿਸਟ 'ਤੇ ਨਹੀਂ ਸੀ ਅਤੇ ਅੱਜ ਤੱਕ 2020 ਸਤੰਬਰ ਅਕਤੂਬਰ ਆਉਣ ਵਾਲਾ ਹੈ, ਅਜੇ ਤੱਕ ਕੋਈ ਅਨਾਊਂਸਮੈਂਟ ਨਹੀਂ ਹੋਈ ਕਿ ਇਸ ਸਾਲ ਜਿਹੜਾ ਉਹ 20,000 ਦਾ ਕੋਟਾ ਸੀ ਉਹਨੂੰ ਕਿੱਦਾਂ ਪੂਰਾ ਕੀਤਾ ਜਾਊਗਾ, ਜਾਂ 2021 ਦੇ ਵਿੱਚ ਕਿਹੜਾ ਨਵਾਂ ਪ੍ਰੋਗਰਾਮ ਆਊਗਾ, ਜਾਂ ਇਹ 20,000 ਦਾ ਕੋਟਾ 2021 ਦੇ ਵਿੱਚ ਹੁਣ 41-42,000 ਬਣ ਕੇ ਲੋਕਾਂ ਦੇ ਸਾਹਮਣੇ ਆਊਗਾ। ਇਹਦੇ ਬਾਰੇ ਅਜੇ ਤੱਕ ਕੋਈ ਅਨਾਊਂਸਮੈਂਟ ਨਹੀਂ ਹੋਏਗੀ। ਪਰ ਸਾਰਿਆਂ ਨੂੰ ਇਹੀ ਉਮੀਦ ਆ, ਸਾਰਿਆਂ ਨੂੰ ਇਹੀ ਹੋਪ ਆ ਕਿ ਕੋਈ ਵਧੀਆ ਪ੍ਰੋਗਰਾਮ ਸਾਨੂੰ ਵੀ ਐਜ਼ ਏ ਇਮੀਗ੍ਰੇਸ਼ਨ ਕੰਸਲਟੈਂਟਸ ਕੋਈ ਉਮੀਦ ਆ ਸਰਕਾਰ ਤੋਂ ਕੋਈ ਇੱਦਾਂ ਦਾ ਵਧੀਆ ਪ੍ਰੋਗਰਾਮ ਆਵੇ ਜਿਹਦੇ ਵਿੱਚ ਇੱਕ ਫੇਅਰ ਚਾਂਸ, ਇੱਕ ਫੇਅਰ ਮੌਕਾ ਹੋਵੇ ਸਾਰਿਆਂ ਨੂੰ। ਆਈ ਗੈਸ ਇਮੀਗ੍ਰੇਸ਼ਨ IRCC ਸਟੇਕ ਹੋਲਡਰਸ ਨਾਲ ਇਹ ਸਾਰੀਆਂ ਡਿਸਕਸ਼ਨਸ ਕਰ ਰਹੇ ਨੇ ਕਿ ਕੋਈ ਇੱਦਾਂ ਦਾ ਪ੍ਰੋਗਰਾਮ ਲਿਆਂਦਾ ਜਾਵੇ ਜਿਹਦੇ 'ਚ ਹਰ ਇੱਕ ਨੂੰ ਖੁਸ਼ ਕਰ ਸਕੀਏ। ਸੋ ਇਹਦੇ ਵਿੱਚ ਮੇਨ ਚੀਜ਼ ਇਹ ਹੈ ਕਿ ਇੱਥੇ ਕੈਨੇਡਾ ਦੇ ਵਿੱਚ 1 ਲੱਖ ਜਦੋਂ ਫਾਰਮ ਓਪਨ ਹੋਏ ਸੀ ਤਾਂ ਲਗਭਗ ਲੱਖ ਤੋਂ ਉੱਪਰ ਲੋਕਾਂ ਨੇ ਟਰਾਈ ਕੀਤੀ ਸੀ ਫਾਰਮ ਭਰਨ ਦੀ।
ਸੋ ਜਿਹੜਾ ਇਹਦਾ ਕੋਟਾ ਹੈਗਾ ਜਿੱਦਾਂ ਮੈਂ ਦੱਸਿਆ 20,000 ਹੈ। ਸੋ ਲੱਖ ਲੋਕਾਂ ਨੂੰ ਇਮੀਗ੍ਰੇਸ਼ਨ ਨੇ ਕਦੇ ਵੀ ਨਹੀਂ ਪੂਰਾ ਕਰ ਸਕਦੀ, ਕਦੇ ਵੀ ਨਹੀਂ ਖੁਸ਼ ਕਰ ਸਕਦੇ। ਉਹ ਕੁਛ ਨਾ ਕੁਛ ਲੋਕਾਂ ਦੀ ਨਾਰਾਜ਼ਗੀ ਰਹਿਣੀ ਹੈ, ਕੁਛ ਨਾ ਕੁਛ ਲੋਕਾਂ ਨੇ ਰਹਿਣਾ ਹੀ ਰਹਿਣਾ ਹੈ, ਕਿਉਂਕਿ 1 ਲੱਖ ਪੇਰੈਂਟਸ ਨੂੰ ਉਹ PR ਨਹੀਂ ਦੇ ਸਕਦੇ। ਹਾਰਡਲੀ 20,000 ਦਾ ਕੋਟਾ, ਉਹ ਵੀ ਲਿਬਰਲਸ ਨੇ। ਜੇ ਕੰਜ਼ਰਵੇਟਿਵਸ ਆਉਂਦੇ ਨੇ ਤਾਂ ਉਹ ਘਟਾ ਵੀ ਸਕਦੇ ਨੇ, ਪਹਿਲਾਂ 5,020 ਹੁੰਦਾ ਸੀ। ਸੋ ਇਹੀ ਉਮੀਦ ਆ ਹੁਣ 2021 ਦੇ ਵਿੱਚ ਕੋਈ ਨਵਾਂ ਪ੍ਰੋਗਰਾਮ ਆਵੇ ਜਿਹਦੇ ਵਿੱਚ ਐਟਲੀਸਟ ਫੇਅਰ ਚਾਂਸ ਹੋਵੇ, ਹਰ ਕੋਈ ਆਪਣਾ ਫਾਰਮ ਸਬਮਿਟ ਕਰ ਸਕਦਾ ਹੋਵੇ। ਬਹੁਤੇ ਲੋਕ ਤਾਂ ਹੁਣ ਇਹ ਵੀ ਕਹਿ ਰਹੇ ਨੇ ਕਿ ਲੋਟਰੀ ਸਿਸਟਮ ਹੀ ਇਦੋਂ ਵਧੀਆ ਸੀ, ਐਟਲੀਸਟ ਅਸੀਂ ਫਾਰਮ ਤਾਂ ਸਬਮਿਟ ਕਰ ਦੇਣਾ ਸੀ ਤੇ ਸਾਨੂੰ ਹੋ ਸਕਦਾ ਸਾਡੀ ਕਿਸਮਤ ਹੁੰਦੀ ਸਾਡਾ ਫਾਰਮ ਨਿਕਲ ਆਉਂਦਾ, ਪਰ ਉਸ ਦਿਨ 7 ਮਿੰਟਾਂ 'ਚ ਤਾਂ ਸਾਡੀ ਵੈਬਸਾਈਟ ਹੀ ਨਹੀਂ ਓਪਨ ਹੋਈ, ਫਾਰਮ ਹੀ ਨਹੀਂ ਓਪਨ ਹੋਇਆ ਜੀ। ਤੇ ਫਿਰ ਇਹਦੇ ਵਿੱਚ ਜਿਹੜੇ ਜਿਨ੍ਹਾਂ ਵੱਲੋਂ ਹੁਣ ਉਡੀਕ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਿਰਫ ਇਹ ਕਿਹਾ ਜਾ ਸਕਦਾ ਕਿ ਉਹ ਸਿਰਫ ਵੇਟ ਕਰਨ, ਕੋਈ ਹੋਰ ਵਸੀਲਾ ਨਹੀਂ ਹੈ ਇਹਦਾ। ਹਾਂਜੀ, ਸੋ ਇਹਦੇ ਵਿੱਚ ਹੁਣ ਮੋਸਟਲੀ ਪੇਰੈਂਟਸ ਜਿਹੜੇ ਹੁੰਦੇ ਨੇ PR ਦੇ ਜਾਂ ਸਿਟੀਜ਼ਨ ਦੇ ਨੇ, ਉਹਨਾਂ ਕੋਲੇ ਇੱਕ ਵਿਜ਼ਟਰ ਵੀਜ਼ੇ ਨਾਲੋਂ ਵੀ ਵਧੀਆ ਆਪਸ਼ਨ ਹੈ ਸੁਪਰ ਵੀਜ਼ਾ। ਮੇਰੇ ਖੁਦ ਦੇ ਮਮ ਡੈਡ ਵੀ ਸੁਪਰ ਵੀਜ਼ੇ ਤੇ ਇੱਥੇ ਮੇਰੇ ਕੋਲ ਆਉਂਦੇ ਨੇ। ਸੋ ਸੁਪਰ ਵੀਜ਼ੇ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਵਿਜ਼ਟਰ ਜਦੋਂ ਕੈਨੇਡਾ ਦੇ ਵਿੱਚ ਆਉਂਦਾ ਹੈ ਤਾਂ ਉਹ ਇੱਥੇ 2 ਸਾਲ ਉਹਨੂੰ ਐਂਟਰੀ ਮਿਲ ਜਾਂਦੀ ਹੈ ਬਾਰਡਰ ਤੋਂ। ਪਹਿਲਾਂ ਇਹ ਹੁੰਦਾ ਸੀ ਕਿ ਤੁਹਾਨੂੰ ਪਹਿਲੀ ਐਂਟਰੀ ਹੀ 2 ਸਾਲ ਦੀ ਮਿਲਦੀ ਹੈ, ਉਸ ਤੋਂ ਬਾਅਦ ਤੁਹਾਨੂੰ ਹਰ ਐਂਟਰੀ ਜਦੋਂ ਵੀ ਤੁਸੀਂ ਦੁਬਾਰਾ ਆਓਗੇ ਤਾਂ ਇੱਕ ਨਾਰਮਲ ਵਿਜ਼ਟਰ ਦੀ ਤਰ੍ਹਾਂ ਟਰੀਟ ਕੀਤਾ ਜਾਂਦਾ ਸੀ। 6 ਮਹੀਨੇ ਦੀ ਐਂਟਰੀ ਮਿਲਦੀ ਸੀ। ਤਾਂ ਫਿਰ ਇਹਦੀ ਵੀ ਅਪਡੇਟ ਕੀਤੀ IRCC ਨੇ ਕਿ ਫਿਰ ਤਾਂ ਇਹਦਾ ਕੋਈ ਫਾਇਦਾ ਹੀ ਨਹੀਂ ਰਿਹਾ ਸੁਪਰ ਵੀਜ਼ੇ ਦਾ। ਤਾਂ ਹੁਣ ਉਹਨਾਂ ਨੇ ਇਹ ਚੇਂਜ ਕਰ ਦਿੱਤਾ ਸੀ 2018 ਦੇ ਵਿੱਚ ਕਿ ਕੋਈ ਵੀ ਜੇ ਸੁਪਰ ਵੀਜ਼ੇ ਤੇ ਆਉਂਦਾ ਹੈ ਕੈਨੇਡਾ ਤਾਂ ਉਹਦੀ ਐਵਰੀ ਐਂਟਰੀ ਜਦੋਂ ਵੀ ਉਹ ਆਊਗਾ ਤਾਂ ਉਹ 2 ਸਾਲ ਦੀ ਹੋਊਗੀ। ਸੋ ਜੇ ਉਹਨਾਂ ਨੂੰ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਤਾਂ ਉਹ ਐਵਰੀ ਟਾਈਮ ਇੱਥੇ 2 ਸਾਲ ਰਹਿ ਸਕਦੇ ਨੇ। ਜਿਹੜੇ 2 ਸਾਲ ਤੋਂ ਬਾਅਦ ਵੀ ਨਹੀਂ ਜਾਣਾ ਚਾਹੁੰਦੇ ਵਾਪਸ, ਜਾਂ ਉਹਨਾਂ ਦਾ ਪਿੱਛੇ ਕਈ ਵਾਰ ਨਹੀਂ ਹੁੰਦਾ ਕੋਈ ਇਕਲੌਤਾ ਮੁੰਡਾ ਜਾਂ ਆਪਣਾ ਉਹਨਾਂ ਦਾ ਲੜਕੀ, ਉਹ ਇੱਥੇ ਹੁੰਦੇ ਨੇ PR ਸਿਟੀਜ਼ਨ, ਤੇ ਉਹ ਸਿੰਗਲ ਪੇਰੈਂਟ ਨੇ, ਸਿੰਗਲ ਮਦਰ ਨੇ ਜਾਂ ਸਿੰਗਲ ਫਾਦਰ ਨੇ, ਤਾਂ ਉਹ ਉਹਨਾਂ ਦੀ ਐਕਸਟੈਂਸ਼ਨ ਅਪਲਾਈ ਕਰ ਸਕਦੇ ਨੇ ਨਾਲ ਮੈਡੀਕਲ ਦੀ ਇੰਸ਼ੋਰੈਂਸ ਲਗਾ ਕੇ ਸਾਲ ਦੀ, ਤਾਂ ਉਹਨਾਂ ਨੂੰ ਸਾਲ ਦੀ ਐਕਸਟੈਂਸ਼ਨ ਫਿਰ ਮਿਲ ਜਾਂਦੀ ਆ। ਜੇ ਉਹ ਫਿਰ ਵੀ ਨਹੀਂ ਜਾਣਾ ਚਾਹੁੰਦੇ ਤਾਂ ਇਹਦੇ ਵਿੱਚ ਕੋਈ ਰੋਕ ਨਹੀਂ ਕਿ ਤੁਸੀਂ ਕਿੰਨੇ ਵਾਰ ਐਕਸਟੈਂਸ਼ਨ ਲਗਾ ਸਕਦੇ ਹੋ। ਤੁਸੀਂ ਦੂਸਰੀ ਵਾਰ, ਤੀਸਰੀ ਵਾਰ ਸਾਲ ਦੀ ਇੰਸ਼ੋਰੈਂਸ ਲਗਾ ਕੇ ਐਕਸਟੈਂਸ਼ਨ ਅਪਲਾਈ ਕਰ ਸਕਦੇ ਨੇ, ਉਹ ਤਾਂ ਇੱਥੇ ਉਹ ਰਹਿ ਸਕਦੇ ਨੇ। ਸੋ ਜਿਹੜੇ PR ਦੇ ਹੋਰ ਵਸੀਲੇ ਨੇ ਉਹਨਾਂ ਦੇ ਵਿੱਚ ਇੱਕ ਤਰੀਕਾ ਜਿਹੜਾ ਕਈ ਲੋਕ ਜਿਹੜੇ ਹੁਣ ਕਾਫੀ ਟਾਈਮ ਦੇ ਫਰਸਟਰੇਟ ਹੋਏ ਹੋਏ ਨੇ, ਜਾਂ ਜਿਹੜੇ ਨਹੀਂ ਜਿਨ੍ਹਾਂ ਤੋਂ ਇੰਨੀ ਵੇਟ ਹੁੰਦੀ, ਜਾਂ ਉਹਨਾਂ ਨੂੰ, ਕਿਉਂਕਿ ਇਹਦੇ ਵਿੱਚ ਹੁਣ ਜਿਹੜੀ ਮੇਨ ਚੀਜ਼ ਆ ਕਿ ਤੁਹਾਨੂੰ ਇਨਕਮ ਬਣਾਉਣੀ ਪੈਂਦੀ ਹੈ। ਹੁਣ ਜਿਨ੍ਹਾਂ ਦੀਆਂ ਇੱਥੇ ਫੈਮਲੀਜ਼ ਲਾਰਜ ਨੇ, 2 ਬੱਚੇ ਨੇ ਜਾਂ 3 ਬੱਚੇ ਨੇ, ਹਸਬੈਂਡ ਵਾਈਫ ਨੇ, ਤੇ ਜਿਨ੍ਹਾਂ ਨੇ ਆਪਣੇ ਮਮ ਡੈਡ ਨੂੰ ਉੱਧਰੋਂ ਬੁਲਾਉਣਾ ਆਪਣੇ ਬਾਹਰਲੀ ਕੰਟਰੀ ਤੋਂ, ਤਾਂ ਉਹਨਾਂ ਨੂੰ ਲਗਭਗ 80-90 ਹਜ਼ਾਰ ਤੱਕ ਇਨਕਮ ਸਾਲ ਦੀ ਦਿਖਾਉਣੀ ਪੈਂਦੀ ਆ। ਹੁਣ ਬਹੁਤੀਆਂ ਫੈਮਲੀਜ਼ ਲਈ ਉਹ ਇੰਨੀ ਇਨਕਮ ਦਿਖਾਉਣਾ ਪੋਸੀਬਲ ਨਹੀਂ ਹੈ। ਉਹ ਵੀ ਲਗਾਤਾਰ 6-7 ਸਾਲ ਲੋਟਰੀ ਦੇ ਵਿੱਚ ਨਾਮ ਪਾਤਾ ਤੇ ਆਪਣਾ ਪੂਲ ਦੇ ਵਿੱਚ ਪਾਤਾ, ਤਾਂ ਉਹ ਇਸ ਚੀਜ਼ ਦੀ ਵੇਟ ਨਹੀਂ ਕਰ ਸਕਦੇ। ਤਾਂ ਉਹ ਇੱਕ ਹੈਗਾ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ, ਜਿਹਨੂੰ ਬਹੁਤ ਸਾਰੇ ਲੋਕ ਯੂਜ਼ ਕਰਦੇ ਨੇ, ਪਰ ਉਹ ਇੱਕ ਲੈਂਥੀ ਪ੍ਰੋਸੀਜਰ ਹੈ। ਉਹਦੇ ਵਿੱਚ ਤੁਹਾਨੂੰ 2-3 ਸਾਲ ਵੀ ਲੱਗ ਸਕਦੇ ਨੇ, ਐਂਡ ਉਹਦਾ ਜਿਹੜਾ ਸਕਸੈਸ ਰੇਟ ਹੈ ਉਹ ਵੀ ਇੰਡੀਵਿਜੂਅਲ ਟੂ ਇੰਡੀਵਿਜੂਅਲ ਫਾਈਲ ਤੇ ਡਿਪੈਂਡ ਕਰੂੰਗਾ, ਹੈ ਨਾ। ਮੈਂ ਕੋਈ ਇਹ ਨਹੀਂ ਕਹਿ ਸਕਦਾ ਕਿ ਵੀ ਉਹ ਤੁਸੀਂ ਨਹੀਂ ਲਗਾ ਸਕਦੇ। ਹਰ ਬੰਦੇ ਨੂੰ ਉਹਦੀ ਇਜਾਜ਼ਤ ਹੈ, ਤੁਸੀਂ ਲਗਾ ਸਕਦੇ ਹੋ। ਉਹਦੇ ਵਿੱਚ ਤੁਸੀਂ ਇਹ ਪ੍ਰੂਵ ਕਰਨਾ ਹੁੰਦਾ ਕਿ ਮੇਰੇ ਮਮ ਡੈਡ ਕੈਨੇਡਾ ਛੱਡ ਕੇ ਕਿਉਂ ਜਾਣ ਇੰਡੀਆ, ਉਹ ਉੱਥੇ ਕਿਉਂ ਨਹੀਂ ਜਾ ਸਕਦੇ, ਮਾਨਵਤਾ ਤੇ ਦਇਆ ਦੇ ਆਧਾਰ ਤੇ ਉਹਨਾਂ ਨੂੰ ਕੈਨੇਡਾ ਦੇ ਵਿੱਚ PR ਕਿਉਂ ਦਿੱਤੀ ਜਾਵੇ। ਸੋ ਇਹਦੇ ਵਿੱਚ ਵੀ ਹੁਣ ਜੇ ਆਪਾਂ ਕਹੀਏ ਕੈਨੇਡਾ 80,000 ਜਾਂ 90,000 ਪੇਰੈਂਟਸ ਨੂੰ ਇਹਦੇ ਵਿੱਚ PR ਦੇ ਦੂਗੀ, ਇਹ ਵੀ ਨਹੀਂ ਪੋਸੀਬਲ, ਕਿਉਂਕਿ ਇਸ ਸਟਰੀਮ ਦਾ ਵੀ ਆਪਦਾ ਕੋਟਾ ਹੈ, 5-10 ਹਜ਼ਾਰ ਦਾ ਉਹਨਾਂ ਦਾ ਕੋਟਾ ਹੈ। ਸਾਰਿਆਂ ਨੂੰ ਇਹਦੇ ਵਿੱਚ ਵੀ ਨਹੀਂ ਪੱਕੇ ਕਰ ਸਕਦੇ। ਐਂਡ ਇਹ ਪ੍ਰੋਗਰਾਮ ਮੋਸਟਲੀ ਜਿਹੜੀਆਂ ਮਿਡਲ ਈਸਟ ਕੰਟਰੀਜ਼ ਜਾਂ ਜਿਹੜੀਆਂ ਕਈ ਉੱਦਾਂ ਦੀਆਂ ਕੰਟਰੀਜ਼ ਨੇ, ਬਹੁਤੇ ਲੋਕ ਉਹ ਯੂਜ਼ ਕਰਦੇ ਨੇ, ਕਿਉਂਕਿ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਆਪਣੇ ਇੰਡੀਆ ਦੇ ਵਿੱਚ ਸਾਰੇ ਵਸੀਲੇ ਹੈਗੇ ਨੇ, ਤੁਹਾਡੇ ਕੋਲ ਖੇਤੀਬਾੜੀ ਆ, ਤੁਹਾਡਾ ਘਰ ਹੈਗਾ, ਤਾਂ ਕੋਈ ਇੰਨੀ ਜ਼ਿਆਦਾ ਲੋੜ ਨਹੀਂ ਹੁੰਦੀ ਤੁਹਾਨੂੰ ਕਿ ਤੁਸੀਂ ਨਹੀਂ ਜਾ ਸਕਦੇ ਵਾਪਸ, ਕੋਈ ਇੰਨੀ HNC ਕੰਡੀਸ਼ਨਸ ਤੁਸੀਂ ਨਹੀਂ ਮੀਟ ਕਰ ਪਾਉਂਦੇ। ਪਰ ਫਿਰ ਉਹੀ ਹੈ ਕਿ ਤੁਸੀਂ ਇਹ ਕਿਸੇ ਚੰਗੇ ਲਾਇਰ ਨਾਲ, ਕਿਸੇ ਚੰਗੇ ਵਕੀਲ ਨਾਲ ਆਪਣੀ ਸਿਚੁਏਸ਼ਨ ਡਿਸਕ੍ਰਾਈਬ ਕਰ ਸਕਦੇ ਹੋ ਕਿ ਮੇਰੇ ਮਮ ਡੈਡ ਇਕੱਲੇ ਨੇ, ਜਾਂ ਉਹ ਬਿਮਾਰ ਨੇ, ਜਾਂ ਓਲਡ ਨੇ, ਉਹ ਨਹੀਂ ਟਰੈਵਲ ਕਰ ਸਕਦੇ, ਉਹਨਾਂ ਦਾ ਪਿੱਛੇ ਕੋਈ ਟੇਕ ਕੇਅਰ ਕਰਨ ਵਾਲਾ ਨਹੀਂ ਹੈ, ਤਾਂ ਤੁਸੀਂ ਜ਼ਰੂਰ ਇਹ ਆਪਸ਼ਨ ਟਰਾਈ ਕਰ ਸਕਦੇ ਹੋ। ਇਹ ਓਪਨ ਹੈ ਸਭ ਦੇ ਲਈ HNC ਦਾ, ਇਹੀ ਇੱਕ ਆਪਸ਼ਨ ਹੈਗਾ। ਜਿਹੜੀ ਇਹਦੇ ਵਿੱਚ ਇੱਕ ਮੋਸਟਲੀ ਸਾਰਿਆਂ ਨੂੰ ਇਹੀ ਗਿਲਾ ਹੁੰਦਾ ਕਿ ਮੈਡੀਕਲ ਦਾ, ਮੈਨੂੰ ਵੀ ਇਹੀ ਗਿਲਾ ਹੁੰਦਾ ਹੈ ਕਿ ਜਦੋਂ ਤੁਹਾਡੇ ਪੇਰੈਂਟਸ ਇੱਥੇ ਆਉਂਦੇ ਨੇ ਤਾਂ ਉਹ ਲਗਭਗ ਸਾਰਿਆਂ ਦੇ ਪੇਰੈਂਟਸ ਹੁਣ ਆਪਣੇ ਓਲਡ ਨੇ, 60+ ਦੇ ਅਰਾਊਂਡ ਨੇ, ਤਾਂ ਜਦੋਂ ਇੱਥੇ ਆਉਂਦੇ ਨੇ ਤਾਂ ਉਹਨਾਂ ਦੀ ਆਪਾਂ ਨੂੰ ਟੈਨਸ਼ਨ ਰਹਿੰਦੀ ਹੈ ਕਿ ਕੁਝ ਮੈਡੀਕਲ ਪ੍ਰੋਬਲਮ ਨਾ ਹੋ ਜਾਵੇ। ਚਾਹੇ ਆਪਣੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਨੇ, $1,00,000 $2,00,000 ਤੱਕ ਕਵਰ ਕਰਦੀਆਂ ਨੇ, ਮੈਂਡੇਟਰੀ ਨੇ, ਉਹ ਸੁਪਰ ਵੀਜ਼ੇ 'ਚ ਤਾਂ ਮੈਂਡੇਟਰੀ ਹੈ, ਵਿਜ਼ਟਰ ਵੀਜ਼ੇ 'ਚ ਚਲੋ ਆਪਸ਼ਨਲ ਹੁੰਦੀ ਹੈ ਇੰਸ਼ੋਰੈਂਸ। ਤਾਂ ਕਈ ਵਾਰ ਉਹ ਇੰਸ਼ੋਰੈਂਸ ਕੰਪਨੀਜ਼ ਵੀ ਤੁਹਾਡੀਆਂ 100 ਕੰਡੀਸ਼ਨਸ ਹੁੰਦੀਆਂ ਨੇ, ਆਪਾਂ ਨੂੰ ਪਤਾ ਇੰਸ਼ੋਰੈਂਸ ਕੰਪਨੀਜ਼ ਦਾ,
ਤੇ ਬਹੁਤੀਆਂ ਇੰਸ਼ੋਰੈਂਸ ਕੰਪਨੀਆਂ ਵਧੀਆ ਵੀ ਨੇ ਤੇ ਕਲੇਮ ਵੀ ਦਿਵਾਉਂਦੀਆਂ ਨੇ, ਕਲੇਮ ਵੀ ਮਿਲੇ ਨੇ ਆਪਣੇ ਪੇਰੈਂਟਸ ਨੂੰ। ਪਰ ਚਲੋ ਉਹ ਨੌਬਤ ਨਾ ਆਵੇ, ਕਿਸੇ ਨੂੰ ਰੱਬ ਨਾ ਲਿਆਵੇ। ਪਰ ਜੇ ਸੁਪਰ ਵੀਜ਼ਾ ਦੇ ਵਿੱਚ ਸਰਕਾਰ ਸਿਰਫ ਇੰਨਾ ਕੁ ਐਡ ਕਰ ਦੇਵੇ ਕਿ ਜਿਹੜਾ ਸੁਪਰ ਵੀਜ਼ਾ ਤੇ ਕੈਨੇਡਾ ਦੇ ਵਿੱਚ ਆਏਗਾ, ਪੇਰੈਂਟਸ ਜਿਹਨਾਂ ਦੇ ਇੱਥੇ ਬੱਚੇ PR ਜਾਂ ਸਿਟੀਜ਼ਨ ਨੇ, ਉਹਨਾਂ ਨੂੰ ਅਸੀਂ ਮੈਡੀਕਲ ਕਵਰੇਜ, ਇੰਨੇ ਤੱਕ ਦੀ ਮੈਡੀਕਲ ਕਵਰੇਜ, ਜਾਂ ਅਸੀਂ ਜਿਵੇਂ MSP ਚੱਲਦਾ ਆਪਣੇ BC ਦੇ ਵਿੱਚ, MSP ਦੇ ਅਧੀਨ ਉਹਨਾਂ ਨੂੰ ਲਿਆਵਾਂਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਬਹੁਤੇ ਲੋਕ ਜਿਹੜਾ PGP ਸਪਾਂਸਰਸ਼ਿਪ ਪ੍ਰੋਗਰਾਮ ਆ ਉਹਦਾ ਇੰਨਾ ਕਰੇਜ਼ ਨਹੀਂ ਰਹੂਗਾ, ਉਹਦਾ ਇੰਨਾ ਰਸ਼ ਨਹੀਂ ਰਹੂਗਾ। ਤਾਂ ਗਵਰਨਮੈਂਟ ਵੀ ਫਿਰ ਉਹ ਜਿਹੜਾ ਲੱਖ ਦਾ ਜਿਹੜਾ ਰਸ਼ ਪੈਂਦਾ ਹੈ ਇਕੱਠਾ ਹਰੇਕ ਸਾਲ, ਉਹਨੂੰ ਈਜ਼ੀਲੀ ਹੈਂਡਲ ਕਰ ਸਕਦੀ ਆ। ਕਿਉਂਕਿ ਬਹੁਤੇ ਪੇਰੈਂਟਸ ਆਪਣੇ ਅਜਿਹੇ ਹੁੰਦੇ ਨੇ ਜਿਹੜੇ ਸਾਲ ਜਾਂ 2 ਸਾਲ ਹੀ ਇੱਥੇ ਰਹਿੰਦੇ ਨੇ, ਚਾਹੇ ਉਹ PR ਜਾਂ ਸਿਟੀਜ਼ਨ ਵੀ ਨੇ, ਉਹ ਫਿਰ ਇੰਡੀਆ ਚਲੇ ਜਾਂਦੇ ਨੇ, ਫਿਰ ਉਸ ਤੋਂ 6 ਮਹੀਨੇ ਲਾ ਕੇ ਫਿਰ ਇੱਥੇ ਆਉਂਦੇ ਨੇ। ਤਾਂ ਜੇ ਸਿਰਫ ਤੇ ਸਿਰਫ ਉਹਨਾਂ ਦੀ ਮੈਡੀਕਲ ਹੀ ਕਵਰ ਕਰ ਦਿੱਤੀ ਜਾਵੇ, ਚਾਹੇ ਕੰਮ ਦੀ ਇਜਾਜ਼ਤ ਉਹਨਾਂ ਨੂੰ ਨਾ ਵੀ ਦੇਣ, ਸਿਰਫ ਮੈਡੀਕਲ ਕਵਰ ਕਰ ਦੇਣ, ਤਾਂ ਬਹੁਤੇ ਲੋਕ ਇਸ ਤੋਂ ਵੀ ਮੇਰੇ ਅਕੋਰਡਿੰਗ ਖੁਸ਼ ਹੋਣਗੇ ਕਿ ਉਹਨਾਂ ਦਾ ਮੈਡੀਕਲ ਕਵਰ ਹੈ ਇੱਥੇ। ਬਿਲਕੁਲ, ਕਿਉਂਕਿ ਕਈ ਹੈਗੇ ਕਿ ਕੰਮ ਵੀ ਕਰਨਾ ਚਾਹੁੰਦੇ ਨੇ, ਉਹ ਬਿਲਕੁਲ ਸਿਹਤਮੰਦ ਨੇ, ਪਰ ਉਹ ਘਰ ਬੈਠਣਾ ਵੀ ਉਹਨਾਂ ਵਾਸਤੇ ਔਖਾ ਹੈ, ਤੇ ਵਿਜ਼ਟਰ ਵੀਜ਼ੇ ਤੇ ਕੰਮ ਕਰਨਾ ਇਲੀਗਲ ਹੈ, ਬੜਾ ਮੁਸ਼ਕਿਲ। ਹਾਂਜੀ, ਸੋ ਇਹੀ ਹੈ ਕਿ ਸੁਪਰ ਵੀਜ਼ੇ ਨੂੰ ਇਹ ਸਟਰੋਂਗ ਬਣਾ ਸਕਦੇ ਆ। ਸੁਪਰ ਵੀਜ਼ਾ ਬੇਸਿਕਲੀ ਬਣਾਇਆ ਹੀ ਤਾਂ ਸੀਗਾ ਕਿ ਜਿਹੜਾ PGP ਸਪਾਂਸਰਸ਼ਿਪ ਸੀਗਾ ਉਹ ਕੋਈ ਇੰਨਾ ਕਾਮਯਾਬ ਸਿਸਟਮ ਨਹੀਂ ਰਿਹਾ ਇਹਨਾਂ ਦਾ ਸ਼ੁਰੂ ਤੋਂ। ਤਾਂ ਐਟਲੀਸਟ ਜਿਹੜੇ PR ਜਾਂ ਸਿਟੀਜ਼ਨ ਨੇ ਇੱਥੇ ਬੱਚੇ, ਉਹਨਾਂ ਦੇ ਪੇਰੈਂਟਸ ਵਾਸਤੇ ਇੱਕ ਲਹਿਦਾ ਵਿਜ਼ਟਰ ਵੀਜ਼ੇ ਨਾਲੋਂ ਇੱਕ ਉਹਨਾਂ ਨੂੰ ਆਪਸ਼ਨ ਦਿੱਤੇ ਜਾਣ। ਉਹ ਆਪਸ਼ਨ ਸਿਰਫ ਹੁਣ ਐਕਸਟਰਾ ਇਹੀ ਹੈ ਕਿ ਉਹ 2 ਸਾਲ ਇੱਥੇ ਰਹਿ ਸਕਦੇ ਆ। ਪਰ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਵੀ ਹਾਂ, ਉਹਨਾਂ ਨੂੰ ਮੈਡੀਕਲ ਦੇ ਨਾਲ ਜੇ ਕੰਮ ਦੀ ਵੀ ਇਜਾਜ਼ਤ ਮਿਲ ਜਾਵੇ ਤਾਂ ਉਹ ਆਪਣਾ ਇੱਥੇ ਗੁਜ਼ਾਰਾ ਵੀ ਕਰ ਸਕਦੇ ਆ, ਆਪਣੇ ਬੱਚਿਆਂ ਦੀ ਹੈਲਪ ਕਰ ਸਕਦੇ ਆ। ਐਂਡ ਬਹੁਤੇ ਪੇਰੈਂਟਸ ਜਿਵੇਂ ਸਟੂਡੈਂਟ ਆਉਂਦੇ ਨੇ ਤਾਂ ਅਰਲੀ ਯੰਗ ਹੁੰਦੇ ਨੇ, ਉਹਨਾਂ ਦੇ ਪੇਰੈਂਟਸ 45-50 ਦੇ ਅਰਾਊਂਡ ਵੀ ਹੁੰਦੇ ਨੇ, ਤੇ ਉਹ ਇੱਥੇ ਕੰਮ ਕਰਨਾ ਚਾਹੁੰਦੇ ਨੇ, ਤੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਵੀ ਉਹ ਆਪਣਾ ਯੋਗਦਾਨ ਪਾ ਸਕਦੇ ਨੇ। ਜੇ ਉਹਨਾਂ ਨੂੰ ਐਟਲੀਸਟ ਕੁਝ ਘੰਟੇ, ਜਿੱਦਾਂ ਸਟੂਡੈਂਟਸ ਨੂੰ 20 ਘੰਟੇ ਦਿੰਦੇ ਨੇ, ਤਾਂ ਉਹਨਾਂ ਨੂੰ ਵੀ ਕੁਝ ਘੰਟੇ ਐਟਲੀਸਟ ਦਿੱਤੇ ਜਾਣ ਤਾਂ ਜੋ ਇੱਥੇ ਕੰਮ ਕਰ ਸਕਦੇ ਨੇ। ਇਹ ਚੇਂਜਸ ਕਰ ਸਕਦੀ ਆ IRCC। ਤੇ ਆਈ ਡੋਂਟ ਨੋ ਕਿ ਵੀ ਸਟੇਕ ਹੋਲਡਰਸ ਜਿਹੜੀਆਂ ਆਪਣੀਆਂ ਹੁਣ ਨਵਾਂ ਪ੍ਰੋਗਰਾਮ PGP ਸਪਾਂਸਰਸ਼ਿਪ ਦਾ ਹੈਗਾ, ਉਹਦੇ ਵਿੱਚ ਵੀ ਇਹ ਗੱਲਾਂ ਰੱਖਦੇ ਹੋਣਗੇ। ਬਹੁਤ ਆਪਣੇ ਸੁਝਾਅ ਵੀ ਦਿੰਦੇ ਨੇ। ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਇੱਕ ਜਿੱਦਾਂ ਆਪਣੇ ਸੀਨੀਅਰਿਟੀ ਬੇਸ ਹੁੰਦਾ ਹੈ ਕਿ ਉੱਦਾਂ ਦਾ ਸਿਸਟਮ ਹੋਵੇ ਕਿ ਜਿਹੜੇ ਪੁਰਾਣੇ ਆਏ ਹੋਏ ਨੇ ਇੱਥੇ, ਕਈ ਹੁਣ 2010 ਦੇ ਪੱਕੇ ਨੇ ਜਾਂ 15 ਦੇ ਪੱਕੇ ਨੇ, ਤਾਂ ਉਹਨਾਂ ਨੂੰ ਹੁਣ 5-6-7 ਸਾਲ ਹੋ ਗਏ ਲੋਟਰੀਆਂ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਆ ਰਿਹਾ, ਤਾਂ ਐਟਲੀਸਟ ਜਿਹੜਾ ਪਹਿਲਾਂ ਪੱਕਾ ਹੋਇਆ ਡੇਟ ਆਫ ਲੈਂਡਿੰਗ ਤੋਂ ਲੈ ਕੇ, ਉਹਨੂੰ ਐਟਲੀਸਟ ਪਹਿਲਾ ਮੌਕਾ ਦਿੱਤਾ ਜਾਵੇ। ਜਿਹੜਾ ਇੱਕ 2018 ਜਾਂ 19-20 ਚ ਪੱਕਾ ਹੋਇਆ, ਉਹਦੇ ਪੇਰੈਂਟਸ ਨੂੰ ਲੇਟਰ ਆਨ ਮੌਕਾ ਦਿੱਤਾ ਜਾਵੇ। ਸੋ ਇਹ ਹਜੇ ਦੇਖਣਾ ਹੋਊਗਾ, ਕਿਉਂਕਿ ਕੋਈ ਨਿਊਜ਼ ਨਹੀਂ ਆਈ। ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ 2021 ਦੇ ਵਿੱਚ ਜਾਂ 2020 ਦੇ ਵੀ ਅਜੇ 3 ਮਹੀਨੇ ਪਏ ਨੇ ਆਪਣੇ ਕੋਲੇ, ਕੋਈ ਨਵੀਂ ਅਨਾਊਂਸਮੈਂਟ ਆਉਂਦੀ ਆ PGP ਸਪਾਂਸਰਸ਼ਿਪ ਬਾਰੇ। ਪਰ ਜਿੰਨਾ ਕੁ ਬੈਕਅਪ ਹੋਇਆ ਪਿਆ IRCC ਕੋਲੇ ਸਪਾਊਜ਼ਲ ਫਾਈਲਾਂ ਦਾ ਵਿਦਿਨ ਕੈਨੇਡਾ, PGWP ਨੂੰ ਹੁਣ 192 ਦਿਨ ਲਗਭਗ ਲੱਗ ਰਹੇ ਨੇ, ਤਾਂ ਬੈਕਅਪ ਬਹੁਤ ਹੋਇਆ ਪਿਆ ਉਹਨਾਂ ਕੋਲੇ। ਸੋ ਮੈਨੂੰ ਨਹੀਂ ਲੱਗਦਾ ਕਿ PGP ਸਪਾਂਸਰਸ਼ਿਪ ਦੀ ਕੋਈ ਨਿਊਜ਼ 2020 ਦੇ ਵਿੱਚ ਆ ਸਕਦੀ ਹੈ। ਤਾਂ 2021 ਦੇ ਵਿੱਚ ਜ਼ਰੂਰ ਆਪਾਂ ਨੂੰ ਉਮੀਦ ਹੈ ਕਿ ਕੋਈ ਨਵਾਂ ਪ੍ਰੋਗਰਾਮ ਆਊਗਾ ਤੇ ਆਪਾਂ ਸਾਰੇ ਆਪਣੇ ਪੇਰੈਂਟਸ ਨੂੰ ਸਪਾਂਸਰ ਕਰ ਸਕੀਏ। ਮੈਂ ਵੀ ਆਪਣੇ ਪੇਰੈਂਟਸ ਨੂੰ ਸਪਾਂਸਰ ਕਰ ਸਕਾਂ। ਜੀ ਬਿਲਕੁਲ, ਤੇ ਬਿਲਕੁਲ, ਕਿਉਂਕਿ ਇਹਦੇ ਪਿੱਛੇ ਕਾਰਨ ਵੀ ਜਿਵੇਂ ਤੁਸੀਂ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਜ਼ਿਆਦਾ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ। ਕਾਰਨ ਵੀ ਇਹ ਹੋ ਸਕਦਾ ਹੈ ਕਿ ਕਿਉਂਕਿ ਉਹ ਛੇਤੀ ਉਹਨਾਂ ਪੈਨਸ਼ਨ ਲਈ ਐਲੀਜੀਬਲ ਹੋ ਜਾਂਦੇ ਨੇ, ਪਹਿਲਾਂ ਹੀ ਇੱਥੇ ਸੀਨੀਅਰ ਬਹੁਤ ਨੇ ਕੈਨੇਡਾ ਦੇ ਵਿੱਚ, ਤਾਂ ਕਰਕੇ ਉਹ ਯੰਗ ਜਨਰੇਸ਼ਨ ਨੂੰ ਬੁਲਾਉਣਾ ਚਾਹੁੰਦੇ ਨੇ, ਤੇ ਇਕਨੋਮੀ ਤੇ ਬੋਝ ਨਾ ਪਵੇ ਸ਼ਾਇਦ, ਤਾਂ ਵੀ ਇਹਦੇ ਪਿੱਛੇ ਕਾਰਨ ਹੋ ਸਕਦਾ ਕਿ ਸਾਰਿਆਂ ਨੂੰ ਇੱਕਦਮ ਪੱਕੇ ਨਹੀਂ ਕਰਦੇ ਉਹ। ਹਾਂਜੀ, ਇਹ ਵੀ ਹੈ। ਹੁਣ ਆਪਾਂ ਸਾਰੇ ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ। ਸੋ ਪਿੱਛੇ ਜਦੋਂ ਇਹ ਰੌਲਾ ਪਿਆ ਸਾਰਾ PGWP ਪ੍ਰੋਗਰਾਮ ਦਾ, ਤਾਂ ਫੇਸਬੁੱਕ ਤੇ ਵੀ ਜਿਹੜੇ ਇੱਥੋਂ ਦੇ ਕਈ ਪਹਿਲਾਂ PR ਹੋਏ ਹੁੰਦੇ ਆ, ਅੱਜ ਤੋਂ 10 ਸਾਲ ਪਹਿਲਾਂ, 20 ਸਾਲ ਪਹਿਲਾਂ, ਜਾਂ ਜੋ ਇੱਥੋਂ ਦੀਆਂ ਹੋਰ ਕਮਿਊਨਿਟੀਜ਼, ਕਈ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ, ਤਾਂ ਉਹ ਐਟਲੀਸਟ ਉਹਨਾਂ ਦੀ ਇਹ ਆਵਾਜ਼ ਜ਼ਰੂਰ ਇਹ ਦੱਬੇ ਸੁਰਾਂ ਦੇ ਵਿੱਚ ਉੱਠਦੀ ਰਹਿੰਦੀ ਆ ਕਿ ਜਿਹੜੇ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਬਜ਼ੁਰਗ ਆਉਂਦੇ ਨੇ, ਤਾਂ ਉਹ ਇੱਥੋਂ ਦੇ ਮੈਡੀਕਲ ਸਿਸਟਮ ਤੇ ਬੋਝ ਬਣਦੇ ਨੇ। ਤੇ ਜਿੱਦਾਂ ਪਹਿਲਾਂ ਹੀ ਹੁਣ ਸਰੀ ਦੇ ਵਿੱਚ ਜਾਂ ਐਬਸਫੋਰਡ ਦੇ ਵਿੱਚ ਇੱਕ ਹਸਪੀਟਲ ਆਪਣੇ ਕੋਲੇ, ਜੇ ਤੁਸੀਂ ਐਮਰਜੈਂਸੀ ਦੇ ਵਿੱਚ ਜਾਂਦੇ ਆ, ਲਗਭਗ 7-8 ਘੰਟੇ ਤੁਹਾਨੂੰ ਐਮਰਜੈਂਸੀ 'ਚ ਕਈ ਵਾਰ ਵੇਟ ਕਰਨੇ ਪੈਂਦੀ ਆ। ਤਾਂ ਜੇ ਹੋਰ 20,000, ਉਹ ਵੀ 20,000 ਉਹ ਬੰਦਾ ਜਿਹੜਾ ਓਲਡ ਹੈ, ਜਿਹੜਾ ਜਲਦੀ ਕੋਈ ਯੰਗ ਬੰਦਾ ਮੈਡੀਕਲ ਸਰਵਿਸਿਜ਼ ਘੱਟ ਲੈਂਦਾ ਹੈ, ਤਾਂ ਜਿਹੜਾ ਓਲਡ ਬੰਦਾ ਹੈ ਉਹਨੇ ਮੈਡੀਕਲ ਸਰਵਿਸਿਜ਼ ਹੋ ਸਕਦਾ ਕਈ ਇੰਡੀਆ ਤੋਂ ਹੀ ਥੋੜ੍ਹੀ ਬਹੁਤ ਪ੍ਰੋਬਲਮ ਨਾਲ ਆਉਂਦੇ ਆ, ਤੇ ਉਹਨਾਂ ਨੂੰ ਸਰਵਿਸਿਜ਼ ਦੇਣੀਆਂ ਪੈਂਦੀਆਂ, ਤਾਂ ਉਹ ਇੱਥੇ ਸਿਸਟਮ ਦੇ ਵਿੱਚ ਬੋਝ ਬਣਦੇ ਨੇ। ਜਿਹੜੇ ਆਲਰੇਡੀ ਲੋਕ ਰਹਿ ਰਹੇ ਨੇ
ਉਹਨਾਂ ਦੇ ਵਿੱਚ ਉਹ ਜਿਹੜਾ ਹੈਗਾ ਡਿੱਕਾ ਬੰਦੇ ਨੇ, ਉਹਨਾਂ ਨੂੰ ਮੈਡੀਕਲ ਸਰਵਿਸ ਮਿਲਦੇ। ਪਰ ਇੱਕ ਚੀਜ਼ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਣੇ ਪੇਰੈਂਟਸ ਦੀ 20 ਸਾਲ ਦੀ ਕਮਿਟਮੈਂਟ ਕਰਨੀ ਪੈਂਦੀ ਹੈ, 20 ਸਾਲ ਦੀ ਸਪਾਂਸਰਸ਼ਿਪ ਹੈ। ਉਹ 20 ਸਾਲ ਦਾ ਸਿਰਫ ਇਹ ਮਤਲਬ ਹੈ ਕਿ ਤੁਸੀਂ ਉਹਨਾਂ ਨੂੰ ਜੇ ਘਰੋਂ ਨਹੀਂ ਕੱਢ ਸਕਦੇ, ਤੁਸੀਂ ਉਹਨਾਂ ਨੂੰ ਰੋਟੀ ਕੱਪੜਾ ਮਕਾਨ ਜੋ ਵੀ ਉਹਨਾਂ ਦੀਆਂ ਬੇਸਿਕ ਨੈਸੈਸਿਟੀਜ਼ ਨੇ ਉਹ ਵੈਲਫੇਅਰ 'ਤੇ ਨਹੀਂ ਬਹਿ ਸਕਦੇ, ਗਵਰਨਮੈਂਟ ਤੋਂ ਕੋਈ ਬੈਨੀਫਿਟ ਨਹੀਂ ਲੈ ਸਕਦੇ। 20 ਸਾਲ ਤੁਹਾਨੂੰ ਉਹਨਾਂ ਦੀ ਕਮਿਟਮੈਂਟ ਆ, 20 ਸਾਲ ਉਹਨਾਂ ਦੀ ਟੇਕ ਕੇਅਰ ਕਰਨੀ ਹੀ ਪੈਂਦੀ ਆ। ਪਰ ਚਲੋ ਉਹ ਤਾਂ ਇੱਕ ਪ੍ਰੋਸੀਜਰ ਹੈ ਗਵਰਨਮੈਂਟ ਦਾ ਰੱਖਿਆ ਹੋਇਆ। ਸਾਰਿਆਂ ਨੂੰ ਆਪਾਂ ਨੂੰ ਪੇਰੈਂਟਸ ਦੀ ਤਾਂ ਆਪਣੇ ਉਹਨਾਂ ਦੇ ਐਂਡ ਲਾਈਫ ਤੱਕ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ, ਉਹਨਾਂ ਦੇ ਨਾਲ ਰਹਿਣਾ ਚਾਹੀਦਾ। ਪਰ ਜਿਹੜੀ ਮੈਡੀਕਲ ਦੀ ਚੀਜ਼ ਆ, ਹੁਣ ਇਹ ਜਿਹੜੇ ਆਲਰੇਡੀ ਪੱਕੇ ਨੇ ਉਹਨਾਂ ਦੀ ਜ਼ਰੂਰ ਇਹ ਸ਼ਿਕਾਇਤ ਰਹਿਣੀ ਆ, ਜਿਨ੍ਹਾਂ ਦੇ ਨਹੀਂ ਹੈਗੇ ਇੱਥੇ ਉਹਨਾਂ ਦੀ ਇਹ ਸ਼ਿਕਾਇਤ ਰਹਿਣੀ ਆ ਕਿ ਚਾਹੇ ਉਹਨਾਂ ਦਾ ਪੇਰੈਂਟ ਜਿੰਨਾ ਮਰਜ਼ੀ ਓਲਡ ਹੋਵੇ ਉਹਨਾਂ ਦੇ ਨਾਲ ਰਵੇ। ਸੋ ਇਹ ਇੱਕ ਹੁਣ ਪਰਸਨਲ ਲੈਵਲ 'ਤੇ ਆ ਜਿਹੜਾ PGP ਪ੍ਰੋਗਰਾਮ ਆ, ਇਹ ਇੱਕ ਇਮੋਸ਼ਨਲ ਵੀ ਆ, ਪਰਸਨਲ ਲੈਵਲ 'ਤੇ ਹਰ ਇੱਕ ਦਾ ਇਹਦੇ ਨਾਲ ਫੀਲਿੰਗਸ ਜੁੜੀਆਂ ਹੋਈਆਂ ਨੇ। ਕਿਉਂਕਿ ਅਸੀਂ ਵੀ ਜਦੋਂ 10 ਸਾਲ ਪਹਿਲਾਂ ਇੱਥੇ ਆਏ ਸੀ ਤਾਂ ਪੇਰੈਂਟਸ ਨੂੰ ਛੱਡ ਕੇ ਆਏ ਸੀ, ਆਪਣੇ ਦਾਦਿਆਂ ਨੂੰ ਛੱਡ ਕੇ ਆਏ ਸੀ। ਤਾਂ ਸਾਰਿਆਂ ਦੀ ਹੁਣ ਇਹੀ ਇੱਛਾ ਹੁੰਦੀ ਹੈ ਕਿ ਵੀ ਜੇ ਇੱਥੇ ਖੁਦ ਪੱਕੇ ਹੋਏ ਆ, ਖੁਦ ਰੋਟੀ ਕਮਾਉਣ ਜੋਗੇ ਹੋਏ ਆ, ਤੇ ਅੱਜ ਉਹਨਾਂ ਨੂੰ ਵੀ ਜੇ ਉਹ ਰਿਟਾਇਰ ਹੋਏ ਨੇ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਇੱਥੇ ਬੁਲਾਈਏ ਤੇ ਉਹਨਾਂ ਨੂੰ ਆਪਾਂ ਆਪਦੇ ਕੋਲ ਰੱਖੀਏ। ਜੀ ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇੰਨੀ ਸੋਹਣੀ ਜਾਣਕਾਰੀ ਦੇਣ ਵਾਸਤੇ। ਹਾਂਜੀ, ਥੈਂਕ ਯੂ ਜੀ। ਜਿਵੇਂ ਕਿ ਤੁਸੀਂ ਸੁਣਿਆ ਮਾਪਿਆਂ ਦੇ ਮਾਮਲੇ ਦੇ ਵਿੱਚ ਕਿਵੇਂ ਉਹਨਾਂ ਨੂੰ ਪੱਕੇ ਕਰਨ ਨੂੰ ਲੈ ਕੇ ਜਿਹੜਾ ਇਸ ਸਮੇਂ ਬਹੁਤ ਸਾਰੇ ਲੋਕ ਸੰਘਰਸ਼ ਵੀ ਕਰ ਰਹੇ ਨੇ ਤੇ ਬਹੁਤ ਸਾਰੇ ਖਰਚੇ ਵੀ ਨੇ ਜਿਹੜੇ ਉਹ ਸਰਕਾਰ ਦੇ ਵੱਲੋਂ ਕਵਰੇਜ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਜੋ ਮਾਪੇ ਨੇ ਉਹ ਖੁਦ ਵੀ ਇਸ ਦਾ ਬੋਝ ਮਹਿਸੂਸ ਕਰਦੇ ਨੇ। ਤੇ ਇਸੇ ਨੂੰ ਲੈ ਕੇ ਹੁਣ ਉਡੀਕ ਹੀ ਕੀਤੀ ਜਾ ਸਕਦੀ ਹੈ ਕਿ ਜਲਦ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਅਪਡੇਟ ਦਿੱਤੀ ਜਾ ਸਕਦੀ ਹੈ, ਕਿਉਂਕਿ 2020 ਦੇ ਜਨਵਰੀ ਮਹੀਨੇ ਦੇ ਵਿੱਚ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਅਗਲੇ ਸਾਲ ਇਸ ਦੇ ਉੱਤੇ ਕੋਈ ਨਵਾਂ ਪ੍ਰੋਗਰਾਮ ਲੈ ਕੇ ਆਉਣਗੇ। ਜੋ ਪਿਛਲੀ ਵਾਰ ਪ੍ਰੋਗਰਾਮ ਉਹਨਾਂ ਨੇ ਜਾਰੀ ਕੀਤਾ ਸੀ, ਨਵਾਂ ਤਬਦੀਲੀ ਲਿਆਂਦੀ ਸੀ, ਉਹ ਤਾਂ ਉਹਨਾਂ ਨੂੰ ਕਾਮਯਾਬ ਕੁਝ ਖਾਸ ਲੱਗੀ ਨਹੀਂ। ਤੇ ਜੇਕਰ ਇਸ ਦੇ ਉੱਤੇ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਨਾਲ ਹੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ।